ਪੰਜਾਬੀ ਮਿਊਜ਼ਿਕ ਦਾ ਡੰਕਾ ਜੇ ਅੱਜ ਪੂਰੀ ਦੁਨੀਆ ਵਿੱਚ ਬੋਲਦਾ ਹੈ ਤੇ ਉਹਦਾ ਕਾਰਨ ਇਹ ਤਾਂ ਹੈ ਹੀ ਏ ਵੀ ਸਾਡੇ ਸੰਗੀਤ ਦਾ ਕੋਈ ਹੋਰ ਸਾਨੀ ਨਹੀਂ, ਪਰ ਇੱਕ ਕਾਰਨ ਇਹ ਵੀ ਹੈ ਵੀ ਉਸ ਸੰਗੀਤ ਨੂੰ ਬਣਾਉਣ ਵਾਲੇ ਬੰਦਿਆਂ ਨੂੰ ਪੈਸਾ ਤੇ ਸ਼ੌਹਰਤ ਜਾਗੀਰ ਵਿੱਚ ਨਹੀਂ ਮਿਲੇ। ਉਹਨਾਂ ਨੇ ਰਾਤਾਂ ਜਾਗ ਕੇ ਮਿਹਨਤਾਂ ਕਰ ਕੇ ਦੁਨੀਆ ਤੇ ਆਪਣਾ ਨਾਮ ਬਣਾਇਆ ਹੈ। ਸੋ ਲੋਕ ਕੱਲੇ ਉਸ ਸੰਗੀਤ ਦੇ ਨਾਲ ਨਹੀਂ ਜੁੜੇ, ਉਸ ਸੰਗੀਤ ਨੂੰ ਬਣਾਉਣ ਵਾਲੇ ਬੰਦਿਆਂ ਦੀਆਂ ਕਹਾਣੀਆਂ ਨਾਲ ਵੀ ਜੁੜੇ ਨੇ। ਉਹ ਬੰਦੇ ਲੋਕਾਂ ਨੂੰ ਆਪਣੇ ਵਰਗੇ ਲੱਗਦੇ ਨੇ। ਮੈਂ ਝੂਠ ਬੋਲਾਂਗਾ ਜੇ ਮੈਂ ਇਹ ਕਹਾਂਗਾ ਵੀ ਏਪੀ ਢਿੱਲੋਂ ਜਿੰਨੀ ਸਟਰਗਲ ਕਿਸੇ ਵੀ ਹੋਰ ਪੰਜਾਬੀ ਕਲਾਕਾਰ ਨੇ ਪਹਿਲਾਂ ਨਹੀਂ ਕੀਤੀ, ਜਾਂ ਫਿਰ ਉਦਾਂ ਦੀ ਕਹਾਣੀ ਕਿਸੇ ਹੋਰ ਆਰਟਿਸਟ ਦੀ ਨਹੀਂ ਹੈਗੀ। ਇੱਥੇ ਆਲਮੋਸਟ ਹਰ ਕਲਾਕਾਰ ਨੇ ਫਰਸ਼ਾਂ ਤੋਂ ਅਰਸ਼ਾਂ ਤੱਕ ਦਾ ਸਫ਼ਰ ਤੈਅ ਕੀਤਾ ਹੈ। ਗਰੀਬੀ, ਪਿਛੜਾ ਇਲਾਕਾ, ਘਰਦਿਆਂ ਵੱਲੋਂ ਜ਼ੀਰੋ ਸਪੋਰਟ, ਪੰਜਾਬੀ ਕਲਾਕਾਰਾਂ ਦੀ ਲਾਈਫ ਵਿੱਚ ਇਹ ਸਭ ਚੀਜ਼ਾਂ ਬੜੀਆਂ ਨਾਰਮਲ ਜਿਹੀਆਂ ਨੇ। ਪਰ ਜਿਹੜੀ ਚੀਜ਼ ਨਾਰਮਲ ਨਹੀਂ ਹੈ, ਜੋ ਕਿ ਏਪੀ ਢਿੱਲੋਂ ਦੀ ਕਹਾਣੀ ਨੂੰ ਇੱਕ ਡਾਕੂਮੈਂਟਰੀ ਦੇ ਲਾਇਕ ਬਣਾਉਂਦੀ ਹੈ, ਉਹ ਹੈ ਦਿਨਾਂ ਵਿੱਚ ਮਿਲੀ ਸਕਸੈਸ। ਕਾਮਯਾਬ ਇੱਥੇ ਹੋਰ ਵੀ ਬਥੇਰੇ ਹੋਏ ਨੇ, ਪਰ ਇੰਨੀ ਛੇਤੀ ਉਹ ਵੀ ਇੰਟਰਨੈਸ਼ਨਲ ਲੈਵਲ ਦੀ ਸਕਸੈਸ ਬਸ 1-2 ਸਾਲਾਂ ਦੇ ਅੰਦਰ ਏਪੀ ਢਿੱਲੋਂ ਦੀ ਕਹਾਣੀ ਨੂੰ ਹੋਰਾਂ ਨਾਲੋਂ ਵੱਖਰਾ ਤੇ ਖਾਸ ਬਣਾਉਂਦੀ ਹੈ। ਸੋ ਇਹ ਕਹਿਣਾ ਵੀ ਪੰਜਾਬ ਵਿੱਚ ਹੋਰ ਬੜੇ ਕਲਾਕਾਰ ਨੇ ਜਿਨ੍ਹਾਂ ਤੇ ਡਾਕੂਮੈਂਟਰੀ ਬਣਨੀ ਚਾਹੀਦੀ ਹੈ, ਏਪੀ ਢਿੱਲੋਂ ਨੇ ਅਜਿਹਾ ਕੀ ਉਖਾੜ ਲਿਆ, ਕਲਾਕਾਰ ਦੇ ਨਾਲ ਨਾਇਨਸਾਫੀ ਹੋਏਗੀ। ਕਿਉਂਕਿ ਕੁਝ ਤਾਂ ਉਖਾੜਿਆ ਹੈ ਜਿਹੜਾ ਇੱਕ ਇੰਟਰਨੈਸ਼ਨਲ ਲੈਵਲ ਦੇ ਪਲੇਟਫਾਰਮ ਨੇ ਇਹ ਰਿਅਲਾਈਜ਼ ਕੀਤਾ ਵੀ ਬੰਦੇ ਦੀ ਕਹਾਣੀ ਇੱਕ ਵੱਡਾ ਆਡੀਅנס, ਇੱਕ ਸਟੇਜ ਡਿਜ਼ਰਵ ਕਰਦੀ ਹੈ। ਪਰ ਕੀ ਉਹ ਕਹਾਣੀ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚੀ, ਤੇ ਕੀ ਇਹ ਡਾਕਿਊ ਸੀਰੀਜ਼ ਦੇਖ ਕੇ ਅਸੀਂ ਏਪੀ ਢਿੱਲੋਂ ਤੇ ਉਹਨਾਂ ਦੀ ਟੀਮ ਨੂੰ ਸਹੀ ਤਰੀਕੇ ਨਾਲ, ਹੋਰ ਚੰਗੇ ਤਰੀਕੇ ਨਾਲ ਜਾਣ ਪਾਏ, ਉਹ ਆਪਾਂ ਤੁਹਾਨੂੰ ਇਸ ਰਿਵਿਊ ਵਿੱਚ ਦੱਸਾਂਗੇ। ਏਪੀ ਢਿੱਲੋਂ ਫਸਟ ਆਫ ਅ ਕਾਈਂਡ ਇੱਕ 4 ਐਪੀਸੋਡ ਡਾਕਿਊ ਸੀਰੀਜ਼ ਹੈ। ਆਲਮੋਸਟ ਅੱਧੇ ਘੰਟੇ ਦੇ 4 ਐਪੀਸੋਡ ਜੋੜ ਕੇ ਬਣਦੇ ਆ 2 ਘੰਟੇ। ਗੁਰਦਾਸਪੁਰ ਦੇ ਇੱਕ ਸਧਾਰਨ ਜਿਹੇ ਪਰਿਵਾਰ ਦੇ ਮੁੰਡੇ ਨੇ ਕਿਵੇਂ ਅਮਰੀਕਾ ਤੇ ਕੈਨੇਡਾ ਵਰਗੀਆਂ ਕੰਟਰੀਜ਼ ਵਿੱਚ ਅਰੀਨਾਜ਼ ਸੋਲਡ ਆਊਟ ਕੀਤੇ, ਇਹੀ ਦੱਸਣਾ ਇਸ ਡਾਕਿਊ ਸੀਰੀਜ਼ ਦਾ ਮਕਸਦ ਹੈ। ਪਰ ਆਪਣੇ ਇਸ ਮਕਸਦ ਦੇ ਵਿੱਚ ਇਹ ਡਾਕਿਊ ਸੀਰੀਜ਼ ਬਸ ਇੱਕ ਹੱਦ ਤੱਕ ਹੀ ਕਾਮਯਾਬ ਹੁੰਦੀ ਦਿਸਦੀ ਹੈ। ਇੱਕ ਮੁੰਡਾ ਵੱਡਾ ਸੁਪਨਾ ਲੈ ਕੇ ਮੀਲਾਂ ਦੂਰ ਜਦੋਂ ਦੂਜੇ ਦੇਸ਼ ਵਿੱਚ ਜਾਂਦਾ ਹੈ ਤੇ ਉਸ ਨੂੰ ਦੀਨ ਦੁਨੀਆ ਦੀ ਕੋਈ ਖਬਰ ਨਹੀਂ, ਕਿਹੜੇ ਹਾਲਾਤਾਂ ਵਿੱਚ ਔਖਾ ਟਾਈਮ ਕੱਟ ਕੇ ਉਹ ਆਪਣੇ ਉਸ ਸੁਪਨੇ ਤੇ ਕੰਮ ਕਰਦਾ ਹੈ, ਨਿੱਕੀਆਂ ਮੋਟੀਆਂ ਜੌਬਸ ਕਰਦਾ ਹੈ, ਪੈਸੇ ਜੋੜਦਾ ਹੈ ਆਪਣੇ ਉਸ ਸੁਪਨੇ ਨੂੰ ਪੂਰਾ ਕਰਨ ਲਈ। ਧੱਕੇ ਖਾ ਕੇ ਕਾਮਯਾਬ ਤਾਂ ਹੋ ਜਾਂਦਾ ਹੈ, ਪਰ ਹੁਣ ਇੱਕ ਨਵੀਂ ਸਟਰਗਲ ਸ਼ੁਰੂ ਹੁੰਦੀ ਹੈ। ਲੋਕ ਪਛਾਣ ਤਾਂ ਗਏ ਨੇ, ਪਰ ਹੁਣ ਪੈਸਾ ਵੀ ਕਮਾਉਣਾ ਹੈ। ਪਰ ਜੇ ਪੈਸਾ ਕਮਾਉਣ ਲੱਗ ਗਏ ਤਾਂ ਕਲਾ ਪਿੱਛੇ ਰਹਿ ਜਾਏਗੀ। ਕਾਮਯਾਬੀ ਕੁਝ ਲੋਕਾਂ ਨੂੰ ਹਜਮ ਨਹੀਂ ਹੁੰਦੀ, ਇਸ ਲਈ ਧਮਕੀਆਂ ਵੀ ਮਿਲਦੀਆਂ ਨੇ। ਇਹ ਸੀਰੀਜ਼ ਇੱਕ ਆਰਟਿਸਟ ਦੀ ਲਾਈਫ ਦੇ ਇਹਨਾਂ ਸਾਰੇ ਪਹਿਲੂਆਂ ਤੇ ਚਾਨਣਾ ਮਾਰਦੀ ਹੈ, ਪਰ ਸੀਰੀਜ਼ ਦਾ ਫੋਕਸ ਏਪੀ ਤੇ ਨਹੀਂ, ਉਹਨਾਂ ਵੱਲੋਂ ਕੀਤੇ ਗਏ ਦੁਨੀਆ ਭਰ ਦੇ ਵਿੱਚ ਵੱਡੇ ਸ਼ੋਜ਼ ਤੇ ਦਿਸਦਾ ਹੈ। ਇਨ ਦ ਵੈਰੀ ਫਸਟ ਐਪੀਸੋਡ ਸਾਨੂੰ ਏਪੀ ਦੇ ਫਾਦਰ ਦੇ ਨਾਲ ਮਿਲਵਾਇਆ ਜਾਂਦਾ ਹੈ, ਐਂਡ ਉਹ ਸੈਗਮੈਂਟ ਵੇਖ ਕੇ ਵਿਦਿਨ ਸੈਕਿੰਡਸ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ, ਐਂਡ ਨਾਲ ਦੀ ਨਾਲ ਇੱਕ ਫੀਲਿੰਗ ਆਉਂਦੀ ਹੈ ਵੀ ਅੱਜ ਕੁਝ ਬੜਾ ਅਮੇਜ਼ਿੰਗ ਹੋਏਗਾ। ਪਰ ਅੱਗੇ ਚੱਲ ਕੇ ਸੀਰੀਜ਼ ਦੇ ਵਿੱਚ ਨਾ ਤਾਂ ਚੰਗੀ ਤਰ੍ਹਾਂ ਏਪੀ ਦੇ ਫਾਦਰ ਦੀ ਵਾਪਸੀ ਹੁੰਦੀ ਹੈ, ਐਂਡ ਨਾ ਹੀ ਸੀਰੀਜ਼ ਉਹ ਸ਼ੁਰੂ ਵਾਲੀਆਂ ਇਮੋਸ਼ਨਲ ਪੀਕਸ ਨੂੰ ਦੁਬਾਰਾ ਟੱਚ ਕਰ ਪਾਉਂਦੀ ਹੈ। ਸ਼ੋਜ਼ ਆਰਗੇਨਾਈਜ਼ ਕਰਨ ਦੇ ਪਿੱਛੇ ਕੀ ਹੁੰਦਾ ਹੈ, ਇਹ ਸੀਰੀਜ਼ ਮੋਸਟਲੀ ਇਸੇ ਦੇ ਆਸੇ-ਪਾਸੇ ਘੁੰਮਦੀ ਹੈ। ਏਪੀ ਨੂੰ ਔਨ ਅ ਪਰਸਨਲ ਲੈਵਲ ਅਸੀਂ ਨਹੀਂ ਜਾਣ ਪਾਉਂਦੇ, ਉਹਦੇ ਗਰੋਨ ਅਪ ਈਅਰਸ ਕਿਵੇਂ ਦੇ ਸੀ, ਉਹ ਇੰਨਾ ਵੱਡਾ ਸੁਪਨਾ ਕਿਵੇਂ ਵੇਖ ਪਾਇਆ, ਇਸ ਦੀ ਸੈਂਸ ਨਹੀਂ ਮਿਲਦੀ। ਏਪੀ ਦੱਸਦੇ ਨੇ ਵੀ ਉਹਨਾਂ ਨੂੰ ਉਹਨਾਂ ਦੀ ਦਾਦੀ ਜੀ ਨੇ ਪਾਲਿਆ, ਪਰ ਇਸ ਦੌਰਾਨ ਉਹਨਾਂ ਦੇ ਮਾਤਾ ਜੀ ਕਿੱਥੇ ਸੀ, ਇਹ ਸੀਰੀਜ਼ ਇਹ ਮੈਂਸ਼ਨ ਤੱਕ ਨਹੀਂ ਕਰਦੀ। ਤੁਸੀਂ ਇੱਕ ਬੰਦੇ ਦੀ ਕਹਾਣੀ ਦੇ ਨਾਲ ਉਦੋਂ ਹੀ ਜੁੜਦੇ ਹੋ ਜਦੋਂ ਜ਼ਿਆਦਾ ਤੋਂ ਜ਼ਿਆਦਾ ਪਰਸਨਲ ਸਟੋਰੀਜ਼ ਤੁਹਾਨੂੰ ਉਹਦੇ ਬਾਰੇ ਜਾਣਨ ਨੂੰ ਮਿਲਦੀਆਂ ਨੇ, ਪਰ ਇਹ ਸੀਰੀਜ਼ ਇਹ ਕੰਮ ਨਹੀਂ ਕਰਦੀ। ਕਿਉਂਕਿ ਏਪੀ ਇਸ ਸੀਰੀਜ਼ ਵਿੱਚ ਐਗਜ਼ੀਕਿਊਟਿਵ ਪ੍ਰੋਡਿਊਸਰ ਵੀ ਨੇ, ਸੋ ਕ੍ਰੀਏਟਿਵ ਕੰਟਰੋਲ ਉਹਨਾਂ ਦੇ ਹੱਥ ਵਿੱਚ ਸੀ। ਸੋ ਇਹ ਉਹਨਾਂ ਦੀ ਇੰਡੀਵਿਜੂਅਲ ਚੁਆਇਸ ਹੋ ਸਕਦੀ ਹੈ ਵੀ ਉਹ ਆਪਣੀ ਪਰਸਨਲ ਲਾਈਫ ਨੂੰ ਜ਼ਿਆਦਾ ਰਿਵੀਲ ਨਹੀਂ ਕਰਨਾ ਚਾਹੁੰਦੇ, ਪਰ ਉਸ ਤੋਂ ਇਲਾਵਾ ਵੀ ਜਿਹੜੇ ਟੌਪਿਕਸ ਨੂੰ ਸੀਰੀਜ਼ ਦੇ ਵਿੱਚ ਛੇੜਿਆ ਜਾਂਦਾ ਹੈ, ਉਹਨਾਂ ਵਿੱਚੋਂ ਸਿਰੇ ਕੋਈ ਹੀ ਚੜਦਾ ਹੈ। ਫੋਰ ਐਗਜ਼ਾਮਪਲ, ਜਦੋਂ ਸਿੱਧੂ ਮੂਸੇਵਾਲੇ ਦੀ ਡੈਥ ਦਾ ਜ਼ਿਕਰ ਹੁੰਦਾ ਹੈ ਤੇ ਉੱਥੇ ਏਪੀ ਦੱਸਦੇ ਨੇ ਵੀ ਸਿੱਧੂ ਦੀ ਡੈਥ ਨੇ ਉਹਨਾਂ ਤੇ ਬਹੁਤ ਗਹਿਰਾ ਅਸਰ ਕੀਤਾ, ਪਰ ਸੀਰੀਜ਼ ਉੱਥੇ ਵੀ ਡਿਟੇਲ ਵਿੱਚ ਨਹੀਂ ਜਾਂਦੀ, ਸਿੱਧੂ ਦਾ ਜ਼ਿਕਰ ਕਰਕੇ ਬਸ ਅੱਗੇ ਮੂਵ ਔਨ ਹੋ ਜਾਂਦੀ ਹੈ। ਉਸੇ ਤਰੀਕੇ ਨਾਲ ਜਦੋਂ ਉਹਨਾਂ ਨੂੰ ਮਿਲ ਰਹੇ ਥ੍ਰੈਟਸ ਦੀ ਗੱਲ ਹੁੰਦੀ ਹੈ ਤੇ ਉੱਥੇ ਵੀ ਸੀਰੀਜ਼ ਬਸ ਹੱਥ ਲਾ ਕੇ ਅਗਾਂਹ ਵੱਧ ਜਾਂਦੀ ਹੈ। ਏਪੀ ਦੀ ਲਾਈਫ ਦੇ ਇਹਨਾਂ ਐਸਪੈਕਟਸ ਦੀ ਜੜ ਦੇ ਵਿੱਚ ਬਿਲਕੁਲ ਨਹੀਂ ਵੜਦੀ। ਸੀਰੀਜ਼ ਵਿੱਚ ਬੈਲੈਂਸ ਦੀ ਕਮੀ ਦਿਸਦੀ ਹੈ। ਆਪਾਂ ਕਨਸਰਟ ਮੈਨੇਜਮੈਂਟ ਤੇ ਹੀ ਜ਼ਿਆਦਾ ਰਹਿੰਦੇ ਹਾਂ, ਏਪੀ ਦੀ ਲਾਈਫ ਦੇ ਬਾਕੀ ਪਹਿਲੂਆਂ ਤੇ ਉਹਨਾਂ ਅਟੈਂਸ਼ਨ ਨਹੀਂ ਦਿੰਦੇ। ਪਰ ਇਸ ਸੀਰੀਜ਼ ਦੀ ਚੰਗੀ ਗੱਲ ਇਹ ਹੈ ਵੀ ਇੱਕ ਆਰਟਿਸਟ ਲਾਈਫ ਦੀਆਂ ਜਿਹੜੀਆਂ ਜਨਰਲ ਕੰਸਰਨਸ ਹੁੰਦੀਆਂ ਨੇ, ਉਹਨਾਂ ਤੇ ਗੌਰ ਬੜੇ ਸੋਹਣੇ ਤਰੀਕੇ ਨਾਲ ਕੀਤਾ ਜਾਂਦਾ ਹੈ। ਜਦੋਂ ਬੰਦਾ ਟੌਪ ਤੇ ਚੜ ਜਾਂਦਾ ਹੈ, ਉਸ ਤੋਂ ਬਾਅਦ ਹਰ ਬੰਦੇ ਦਾ ਉਹਦੇ ਬਾਰੇ ਓਪੀਨੀਅਨ ਹੈ। ਜੇ ਤੁਸੀਂ ਆਪਣਾ ਕੰਮ ਲੋਕਾਂ ਦੇ ਕਮੈਂਟਸ ਪੜ੍ਹ ਕੇ ਕਰਨ ਲੱਗ ਪਏ, ਫਿਰ ਤੁਸੀਂ ਕਲਾ ਤੋਂ ਸ਼ਾਇਦ ਬਹੁਤ ਦੂਰ ਹੋ ਜਾਓਗੇ ਕਿ ਇਹ ਸ਼ੌਹਰਤ, ਇਹ ਚਕਾਚੌਂਦ ਭਰੀ ਦੁਨੀਆ ਇਸ ਲਾਇਕ ਹੈ ਵੀ ਬੰਦਾ ਆਪਣੇ ਪਰਿਵਾਰ ਤੋਂ ਇੰਨਾ ਦੂਰ ਹੋ ਜਾਏ।
ਹਰ ਆਰਟਿਸਟ ਦੀ ਲਾਈਫ ਦੇ ਵਿੱਚ ਇਸ ਤਰੀਕੇ ਦੀ ਦੁਵਿਧਾ ਜ਼ਰੂਰ ਆਉਂਦੀ ਹੈ। ਸੋ ਏਪੀ ਦਾ ਆਰਟਿਸਟ ਦੀ ਲਾਈਫ ਦੇ ਇਸ ਹਿੱਸੇ ਨਾਲ ਅਸੀਂ ਬੜੀ ਚੰਗੀ ਤਰ੍ਹਾਂ ਜਾਣੂ ਹੁੰਨੇ ਹਾਂ। ਸਾਫ਼ ਸ਼ਬਦਾਂ ਵਿੱਚ ਕਹਾਂ ਤੇ ਇਹ ਸੀਰੀਜ਼ ਦੇਖ ਕੇ ਅਸੀਂ ਏਪੀ ਢਿੱਲੋਂ ਨੂੰ ਤੇ ਜਾਣ ਗਏ, ਪਰ ਅੰਮ੍ਰਿਤ ਸਾਡੇ ਲਈ ਹਜੇ ਵੀ ਅਣਜਾਣ ਹੀ ਹੈ। ਸ਼ਾਇਦ ਛੇਤੀ ਹੀ ਉਸ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ। ਏਪੀ ਦੀ ਕਹਾਣੀ ਬੇਸ਼ੱਕ ਦਮਦਾਰ ਹੈ, ਪਰ ਉਸ ਨੂੰ ਦੱਸਣ ਦਾ ਤਰੀਕਾ ਹੋਰ ਬਿਹਤਰ ਹੋ ਸਕਦਾ ਸੀ। ਪਰ ਕਿਉਂਕਿ ਅੱਜ ਤੱਕ ਕਿਸੇ ਵੀ ਪੰਜਾਬੀ ਕਲਾਕਾਰ ਤੇ ਐਦਾਂ ਦੀ ਕੋਈ ਸੀਰੀਜ਼ ਬਣੀ ਹੀ ਨਹੀਂ, ਸੋ ਉਸ ਪਹਿਲੇ ਤਜਰਬੇ ਨੂੰ ਲੈਣ ਲਈ ਤੁਸੀਂ ਫਿਰ ਵੀ ਇਸ ਸੀਰੀਜ਼ ਨੂੰ ਇੱਕ ਵਾਰ ਵੇਖ ਸਕਦੇ ਹੋ। ਐਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰ ਲਓ ਫਿਲਮ ਕੰਪੈਨੀਅਨ ਲੋਕਲ।